जिह्वा एक कवन गुण कहिए। बेशुमार बेअंत सुआमी तेरो अंत न किन्हीं लहिए। वाहिगुरु साहिब जीआ सो क्यों विसरै जे काल न पानै। सो क्यों विसरै जे किया जानै। सो क्यों विसरै जिन सब किछ दिया। सो क्यों विसरै जे जीवन जिया। सो क्यों विसरै जे अग्न मह राखै। गुर प्रसाद को बिरला लाखै। सो क्यों विसरै जे बिख ते काढै। जन्म जन्म का टूटा गांढै। गुरपुरै तत इह बुझाया। प्रभु अपना नानक जन त्याया। चवर छतर तख्त दे मालक समुची मानवता दे रहबर वालिए कुल आलम दो जहाना दे बाली अमृत के मजस्मे सच दे उपदेशक सर्व सांझी वालता दा सिद्धांत देने वाले पातशाह गरीब निवास सतगुरु आदि गुरु धन धन सतगुरु गुरु ग्रंथ साहिब जीओ महाराज ਸਾਹਿਬ ਦੀ ਹਜ਼ੂਰੀ ਅੰਦਰ ਸਵਾਈਮਾਨ ਇਕੱਤਰ ਹੋਏ ਸਤਸੰਗੀ ਜਨੋਂ ਵਡਭਾਗੇ ਹੋ ਗੁਰੂ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕਰਕੇ ਆਪ ਸਰਬੱਤ ਮਾਈ ਭਾਈ ਜੀਵਨ ਨੂੰ ਸਫਲ ਕਰਨ ਦਾ ਸਫਲ ਯਤਨ ਪਏ ਕਰ ਰਹੇ ਹੋ। ਗੁਰੂ ਦਾਤਾ ਰਹਿਮਤ ਕਰੇ ਸਭਨਾਂ ਦੀ ਹਾਜ਼ਰੀ ਸਾਹਿਬ ਮਨ ਕਰਕੇ ਹਜ਼ੂਰੀ ਵਿੱਚ ਲਗਵਾ ਲਵੇ। ਸਾਹਿਬ ਸਭਨਾਂ ਨੂੰ ਦਰ ਕਰਦੀ ਪ੍ਰੀਤ ਗੁਰਸਿੱਖੀ ਜੀਵਨ ਦੀ ਦਾਤ ਬਖਸ਼ ਕੇ ਨਿਵਾਜ ਦੇਵੇ। ਸਾਹਿਬ ਅੱਗੇ ਅਰਦਾਸ ਹੈ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੀ ਹੋ ਜੂੜੀ। ਗੁਰਮੁਖ ਵੈਸੋ ਸਫਾ ਵਸਾਈ ਦੇ ਮਹਾਂਵਾਕ ਅਨੁਸਾਰ ਜਿੱਥੇ ਆਪ ਸਰਬੱਤ ਇਕੱਤਰ ਹੋ ਕਰਕੇ ਗੁਰੂ ਸਵਾਰਿਆਂ ਪਾਸੋਂ ਸਾਹਿਬ ਦੀ ਉਸਤਤ ਵਡਿਆਈ ਕੀਰਤਨ ਦੇ ਰਾਹੀਂ ਸ਼ਰਾਵਨ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਆਓ ਸਮਾਂ ਹੋਇਆ ਹੈ ਚੱਲ ਰਹੀ ਲੜੀਵਾਰ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਦਾ। ਕੱਲ ਰੋਜ਼ ਤੱਕ 20ਵੀਂ ਅਸ਼ਟਪਦੀ ਦੇ ਪਹਿਲੇ 3 ਪਦੇ ਵਿਚਾਰ ਚੁੱਕੇ ਹਾਂ। ਚੌਥਾ ਪਦਾ ਜਿਸ ਦਾ ਮੂਲ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ। ਆਓ ਇਹਨਾਂ ਰੱਬੀ ਬੋਲਾਂ ਦੀ ਵਿਚਾਰ ਨਾਲ ਜੁੜੀਏ। ਪਾਵਨ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰਮਰਿਆਦਾ ਅਨੁਸਾਰ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਬਖਸ਼ੋ ਅਸੀਸ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਜ਼ਿਕਰ ਸਾਹਿਬ ਅੱਜ ਦੇ ਮੁਬਾਰਕ ਪਦੇ ਵਿੱਚ ਇਹ ਕਰ ਰਹੇ ਨੇ ਵਿਸਰਨ ਦਾ ਭਾਵ ਭੁਲਾ ਦੇਣਾ। ਤੇ ਭੁਲਾਇਆ ਕਿਹਨੂੰ ਆ ਇਨਸਾਨ ਨੇ ਉਹਦੀ ਗੱਲ ਸਾਹਿਬ ਅੱਜ ਦੇ ਪਦੇ 'ਚ ਕਰ ਰਹੇ ਆ। ਸਾਹਿਬ ਨੇ ਜੀਵਨ ਦੇ ਵੱਖ-ਵੱਖ ਪੱਖ ਲੈ ਕੇ ਇਸ ਪਦੇ ਦੇ ਵਿੱਚ ਹਰ ਪੱਖ ਤੋਂ ਇਨਸਾਨ ਉਹ ਰੱਬ ਨੂੰ ਭੁੱਲ ਕੇ ਬੈਠਾ ਹੋਇਆ ਉਹਦਾ ਜ਼ਿਕਰ ਕੀਤਾ ਸਾਹਿਬ ਨੇ। ਪਹਿਲੇ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਇਹ ਜ਼ਿਕਰ ਕਰਦੇ ਨੇ ਜਦੋਂ ਗੁਰੂ ਕੇ ਬਚਨ ਇਹ ਗੱਲ ਆਖਦੇ ਨੇ ਵੀ ਇਨਸਾਨ ਦੀ ਜ਼ਿੰਦਗੀ ਦੀ ਸ਼ੁਰੂਆਤ ਜਦੋਂ ਹੁੰਦੀ ਆ
ਜਦੋਂ ਉਹਦੀ ਸ਼ੁਰੂਆਤ ਹੁੰਦੀ ਆ ਉਸ ਸਮੇਂ ਤੋਂ ਹੀ ਸਾਹਿਬ ਨੇ ਕਿਹਾ ਖਸਮ ਵਿਸਾਰ ਦੁਨੀ ਚਿੱਤ ਲਾਇਆ। ਜਾਂ ਸਾਹਿਬ ਗੁਰੂ ਅਰਜਨ ਪਾਤਸ਼ਾਹ ਰੱਬੀ ਬਚਨਾਂ ਵਿੱਚ ਇਹ ਗੱਲ ਕਹਿ ਦਿੰਦੇ ਨੇ ਵੀ ਹਰ ਵਿਸਰਤ ਸਦਾ ਖੁਆਰੀ। ਜਾਂ ਸਾਹਿਬ ਨੇ ਕਿਹਾ ਜਿਹੜਾ ਮਨੁਆ ਹੈ, ਮਨ ਹੈ ਬੰਦੇ ਦਾ, ਇਹ ਮਨ ਸਦਾ ਉਹ ਰੱਬ ਨੂੰ ਭੁਲਾ ਕੇ ਸੰਸਾਰੀ ਕਰਮ ਕਰਦਾ। ਔਰ ਸਾਹਿਬ ਨੇ ਕਿਹਾ ਇਸ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਇਨਸਾਨ ਠੋਕਰਾਂ ਖਾਂਦਾ ਪਾ। ਜਦੋਂ ਰੱਬ ਨੂੰ ਭੁਲਾ ਕੇ ਇਨਸਾਨ ਦੇ ਕਰਮ ਨੇ ਨਾ, ਤੇ ਸਾਹਿਬ ਨੇ ਕਿਹਾ ਇਹਨਾਂ ਦਾ ਕੋਈ ਵੀ ਲਾਭ ਨਹੀਂ। ਜਦੋਂ ਵਿਸਰਨ ਦੀ ਗੱਲ ਸਾਹਿਬ ਨੇ ਬਾਣੀ ਵਿੱਚ ਕੀਤੀ, ਰਾਗ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਜਿਹਦੇ ਵਿੱਚ ਸਾਹਿਬ ਨੇ ਇਹ ਸ਼ਬਦ ਵਾਰ-ਵਾਰ ਅੰਕਿਤ ਕੀਤਾ, ਦਰਜ ਕੀਤਾ ਵੀ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਸਾਹਿਬ ਨੇ ਕਿਹਾ ਮਤਾਂ ਜੋ ਤੇਰੇ ਕੋਲ ਪਦਾਰਥਵਾਦੀ ਮਾਹੌਲ ਦੇ ਵਿੱਚ ਜੋ ਪਦਾਰਥ ਨੇ, ਦੁਨਿਆਵੀ ਦਾਤਾਂ ਨੇ, ਜੋ ਵੀ ਕੁਝ ਤੇਰੇ ਕੋਲ ਹੈ, ਉਹਨਾਂ ਦਾ ਰਸ ਭੋਗਦਾ ਹੋਇਆ, ਉਹਨਾਂ ਦਾ ਆਨੰਦ ਪ੍ਰਾਪਤ ਕਰਦਾ ਹੋਇਆ, ਜੇ ਉਹਨਾਂ ਦੇ ਵਿੱਚ ਹੀ ਗਲਤਾਨ ਹੋ ਕੇ ਫਸ ਕੇ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਾਂ ਤੇ ਰੱਬ ਨੂੰ ਭੁੱਲ ਕੇ ਬੈਠਾ ਵਾਂ, ਸਾਹਿਬ ਨੇ ਕਿਹਾ ਤਿਲ ਮਾਤਰ ਵੀ ਤੈਨੂੰ ਲਾਭ ਨਹੀਂ ਆ। ਸਾਹਿਬ ਉੱਥੇ ਜ਼ਿਕਰ ਕੀਤਾ, ਪਹਿਲੀ ਉਦਾਹਰਨ ਮਾਲਕ ਨੇ ਬਖਸ਼ੀ ਜੀ। ਸਾਹਿਬ ਨੇ ਕਿਹਾ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੀ ਜੜਾਊ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਉ। ਸੋਹਣੇ ਮਹਿਲ ਨੂੰ ਤਿਆਰ ਕਰ ਲੈ, ਰੰਗ ਰੋਗਨ ਵੀ ਸੋਹਣਾ, ਪਦਾਰਥ ਵੀ ਸੁੰਦਰ। ਸਾਹਿਬ ਨੇ ਕਿਹਾ ਕੀਮਤੀ ਚੀਜ਼ਾਂ ਉਹਦੇ ਵਿੱਚ ਹੋਣ, ਪਰ ਸਾਹਿਬ ਨੇ ਕਿਹਾ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਉਹਨੂੰ ਦੇਖ ਦੇਖ ਕੇ ਉਹਦੇ ਬਾਰੇ ਹੀ ਸ਼ੋਭਾ ਉਸਤਤ ਕਰੀ ਜਾਏ ਤੇ ਰੱਬ ਨੂੰ ਯਾਦ ਨਾ ਕਰੀ। ਸਾਹਿਬ ਨੇ ਕਿਹਾ ਇਹ ਤੇਰੇ ਲਈ ਮੁਬਾਰਕ ਨਹੀਂ ਹੈ ਸੱਜਣਾ। ਜੇ ਇੱਦਾਂ ਦਾ ਤੇਰਾ ਜੀਵਨ ਆ ਨਾ, ਫਿਰ ਸਾਹਿਬ ਨੇ ਕਿਹਾ ਕੋਈ ਵੀ ਲਾਭ ਨਹੀਂ ਸੁੰਦਰ ਮਹਿਲਾਂ ਦਾ, ਕੋਈ ਲਾਭ ਨਹੀਂ। ਇਸੇ ਤਰ੍ਹਾਂ ਸਾਹਿਬ ਨੇ ਅੱਜ ਦੇ ਮੁਬਾਰਕ ਪਦੇ ਦੀ ਆਰੰਭਤਾ ਇੱਥੋਂ ਕੀਤੀ। ਸਾਹਿਬ ਨੇ ਕਿਹਾ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ। ਇੱਥੇ ਘਾਲ ਦਾ ਅਰਥ ਹੈ ਜੀ ਮਿਹਨਤ। ਤੇ ਅਕਸਰ ਇਨਸਾਨ ਦੇ ਜੀਵਨ ਦੇ ਵਿੱਚ ਇਹ ਵਚਨ ਇਨਸਾਨ ਅਕਸਰ ਸੁਣਦਾ ਵਾ ਵੀ ਰੱਬ ਦੇ ਦਰ ਤੇ ਆ ਕੇ, ਜਾਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਇਹਦੇ ਦਰ ਤੇ ਕੀਤੀ ਹੋਈ ਮਿਹਨਤ ਜਿਹੜੀ ਹੈ ਉਹਦਾ ਫਲ ਜਿਹੜਾ ਵਾ ਇੱਕ ਨਾ ਇੱਕ ਦਿਨ ਰੱਬ ਜ਼ਰੂਰ ਦਿੰਦਾ ਵਾ। ਤੇ ਇਹ ਵੀ ਅਕਸਰ ਗੱਲ ਕੀਤੀ ਜਾਂਦੀ ਹੈ ਜੀ ਵੀ ਇੱਕ ਨਾ ਇੱਕ ਦਿਨ ਤਾਂ ਐਸਾ ਆਉਂਦਾ ਵਾ ਜਦੋਂ ਬੰਦੇ ਦੀ ਕੀਤੀ ਮਿਹਨਤ ਤੇ ਉਹਦੇ ਫਲ ਦੀ ਪ੍ਰਾਪਤੀ ਇਨਸਾਨ ਨੂੰ ਹੁੰਦੀ ਆ। ਜੇ ਜੱਗ ਨਹੀਂ ਦੇਖਦਾ ਤਾਂ ਰੱਬ ਤਾਂ ਦੇਖਦਾ। ਇਹ ਇਨਸਾਨ ਦੇ ਮੁਹਾਵਰੇ ਨੇ, ਇਹ ਇਨਸਾਨ ਦੇ ਮੁਹਾਵਰੇ ਨੇ ਵੀ ਜੇ ਜੱਗ ਨਹੀਂ ਜੇ ਕਦਰ ਪਾ ਰਿਹਾ ਨਾ, ਤੇ ਰੱਬ ਦੇ ਵਿਹੜੇ ਦੇ ਵਿੱਚ ਮਿਹਨਤ ਕਰਨ ਵਾਲੀ ਦੀ ਜਿਹੜੀ ਹੈ ਨਾ ਉਹ ਕਦਰ ਜ਼ਰੂਰ ਹੁੰਦੀ ਹੈ। ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸਿਧਾਂਤ ਦਿੱਤਾ ਜੀ। ਉਹਨਾਂ ਜ਼ਿਕਰ ਕੀਤਾ ਵੀ ਕਿਰਤ ਕਰ, ਆਪਣੇ ਜੀਵਨ 'ਚ ਕਿਰਤ ਭਾਵ ਮਿਹਨਤ ਕਰ। ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ। ਸਾਹਿਬ ਨੇ ਕਿਹਾ ਸੱਜਣਾ ਜੇ ਕਮਾਈ ਕਰੇਗਾ ਤਾਂ ਸੁੱਖ, ਜੇ ਨਹੀਂ ਕਰੇਗਾ ਫਿਰ ਤਾਂ ਦੁੱਖ ਆਉਣਗੇ। ਜੇ ਹੁਣ ਜੇਬ ਦੇ ਵਿੱਚ 1 ਰੁਪਈਆ ਨਹੀਂ ਹੈ ਤੇ ਇਨਸਾਨ ਮਿਹਨਤ ਵੀ ਨਾ ਕਰੇ, ਘਰੇ ਬੈਠਾ ਰਵੇ, ਫਿਰ ਇਹ ਨਹੀਂ ਕਿ ਗਵਾਂਢੀ ਘਰ ਦੇ ਵਿੱਚ ਆ ਕੇ ਭੋਜਨ ਰੱਖ ਕੇ ਜਾਵੇਗਾ। ਥੋੜ੍ਹੇ ਸਮੇਂ ਲਈ ਰੱਖ ਸਕਦਾ ਪਰ ਸਦਾ ਦੇ ਲਈ ਨਹੀਂ ਜੇ ਰੱਖ ਸਕਦਾ। ਤੇ ਸਾਹਿਬ ਉੱਥੇ ਜ਼ਿਕਰ ਕਰਦੇ ਆ ਵੀ ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਾਹਿਬ ਨੇ ਕਿਹਾ ਸੱਜਣਾ ਮਿਹਨਤ ਕਰ, ਮੁਸ਼ੱਕਤ ਕਰ, ਉਦਮ ਕਰ। ਹਾਂ ਇੱਕ ਕਰਮ ਨਾਲ ਇਹ ਵੀ ਜੀਵਨ ਵਿੱਚ ਅਪਣਾ ਕੇ ਚੱਲ, ਕਿਰਤ ਦੇ ਨਾਲ ਨਾਲ ਤੈਨੂੰ ਕਰਤਾ ਕਦੇ ਨਾ ਭੁੱਲੇ। ਤੇ ਗੁਰਮੁਖ ਜਨ ਦਾਨੇ ਸੱਜਣ ਇਹ ਗੱਲ ਕਹਿੰਦੇ ਹੁੰਦੇ ਸਨ ਜੀ ਕਿ ਬੰਦੇ ਦੀ ਕਿਰਤ ਦੇ ਵਿੱਚੋਂ ਕਰਤੇ ਦੇ ਦਰਸ਼ਨ ਹੋਣ, ਕਿਰਤ ਦੇ ਵਿੱਚ ਇੰਨੀ ਇਮਾਨਦਾਰੀ ਹੋਵੇ ਵੀ ਕਿਰਤ ਦੇ ਵਿੱਚੋਂ ਉਹ ਰੱਬ ਦੀਆਂ ਝਲਕਾਂ ਪੈਣ, ਕਿਰਤ ਦੇ ਵਿੱਚੋਂ ਕਰਤਾ ਦਿਖੇ, ਇੱਦਾਂ ਦੀ ਕਿਰਤ ਹੋਵੇ। ਜੇ ਹੁਣ ਸਾਹਿਬ ਨੇ ਕਿਹਾ ਉਦਮ ਕਰ, ਉਦਮ ਤਾਂ ਜੀ ਚੋਰ ਵੀ ਬਹੁਤ ਕਰਦਾ ਵਾ। ਉਦਮ ਤਾਂ ਦੂਜੇ ਦਾ ਹੱਕ ਮਾਰਨ ਵਾਲਾ ਮਲਕ ਭਾਗੋ ਵੀ ਬੜਾ ਕਰਦਾ ਵਾ ਨਾ। ਚੋਰ ਦੇ ਜੀਵਨ ਦੇ ਵਿੱਚ ਕਿੱਡਾ ਉਦਮ ਆ ਜੀ। ਰਾਤ ਨੂੰ ਸਾਰੇ ਸੁੱਤੇ ਪਏ ਹੁੰਦੇ ਆ ਤੇ ਉਹ ਘਰ ਤੋਂ ਤੁਰਦਾ ਚੋਰੀ ਕਰਨ ਦੇ ਲਈ, ਕਿੱਡਾ ਉਦਮ ਆ।
ਪਰ ਇਹ ਉਦਮ ਰੱਬ ਦੀ ਖੁਸ਼ੀ ਜਿਹੜੀ ਹੈ ਉਹ ਕਦੇ ਨਹੀਂ ਜੀ ਦਿੰਦਾ। ਸਾਹਿਬ ਨੇ ਕਿਹਾ ਉਦਮ ਜ਼ਰੂਰੀ ਹੈ। ਉਦਮ ਵੀ ਕਈ ਤਰੀਕਿਆਂ ਦਾ ਵਾ। ਇੱਕ ਉਹ ਉਦਮ ਜਿਹੜਾ ਗੁਰੂ ਨਾਨਕ ਦੇ ਘਰ ਸੁਰਖਰੂ ਕਰਵਾ ਦਿੰਦਾ, ਤੇ ਇੱਕ ਉਹ ਉਦਮ ਆ ਜਿਹੜਾ ਸੰਸਾਰ ਦੇ ਵਿੱਚੋਂ ਵੀ ਤੇ ਨਿਰੰਕਾਰ ਦੇ ਵਿਹੜੇ ਤੇ ਵੀ ਲਾਹਨਤਾਂ ਪਵਾ ਦਿੰਦਾ ਵਾ। ਇਸ ਕਰਕੇ ਸਾਹਿਬ ਨੇ ਕਿਹਾ ਉਦਮ ਕਰ, ਪਰ ਉਦਮ ਵੀ ਉਹ ਕਰ ਜਿਹੜਾ ਰੱਬ ਤੇ ਗੁਰੂ ਦੇ ਦਰ ਤੇ ਤੈਨੂੰ ਪ੍ਰਵਾਨ ਕਰਵਾ ਦਵੇ। ਉਹ ਉਦਮ ਕਰ, ਮਿਹਨਤ ਉਹ ਕਰ। ਹੁਣ ਸਾਹਿਬ ਇੱਥੇ ਜ਼ਿਕਰ ਕਰ ਰਹੇ ਨੇ, ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ, ਤੇਰੀ ਘਾਲ ਨਾ ਤੇਰੀ ਕੀਤੀ ਮਿਹਨਤ ਜਿਹੜੀ ਹੈ ਉਹ ਇਸ ਦਰ ਤੇ ਕਦੇ ਬਿਰਥੀ ਨਹੀਂ ਜੇ ਜਾਂਦੀ। ਤੈਨੂੰ ਇਸ ਵਿਹੜੇ ਤੋਂ ਇੱਕ ਨਾ ਇੱਕ ਦਿਨ ਫਲ ਦੀ ਪ੍ਰਾਪਤੀ ਸੱਜਣਾ ਹੁੰਦੀ ਹੈ। ਫਿਰ ਕਾਹਦੇ ਲਈ ਉਹਨੂੰ ਵਿਸਾਰ ਰਿਹਾ ਜਿਹਨੇ ਤੈਨੂੰ ਸਭ ਕੁਝ ਦਿੱਤਾ ਵਾ। ਸੋ ਕਿਉਂ ਵਿਸਰੈ, ਕਾਹਦੇ ਲਈ ਵਿਸਰ ਰਿਹਾ ਵਾ ਉਹ, ਕਾਹਦੇ ਲਈ ਭੁੱਲ ਕੇ ਬੈਠਾ ਹੋਇਆ ਵਾ। ਸੋ ਕਿਉਂ ਵਿਸਰੈ, ਸਾਹਿਬ ਕਿਹਾ ਜੇ ਘਾਲ ਨਾ ਭਾਨੈ, ਕਾਹਦੇ ਲਈ ਉਹ ਪਰਮੇਸ਼ਰ ਤੈਨੂੰ ਭੁੱਲ ਰਿਹਾ ਜਿਹਦੇ ਦਰ ਤੇ ਤੇਰੀ ਕੀਤੀ ਤਿਲ ਮਾਤਰ ਘਾਲਣਾ ਕਮਾਈ ਦੀ ਜਿਹੜੀ ਹੈ ਪ੍ਰਾਪਤੀ ਫਲ ਦੀ, ਸਾਹਿਬ ਨੇ ਕਿਹਾ ਉਹ ਤੈਨੂੰ ਪ੍ਰਾਪਤ ਹੁੰਦੀ ਹੈ। ਕਾਹਦੇ ਲਈ ਭੁੱਲੀ ਬੈਠਾ ਉਹਨੂੰ ਚੇਤੇ ਰੱਖ, ਉਹਨੂੰ ਯਾਦ ਕਰ। ਸਾਹਿਬ ਨੇ ਰੱਬੀ ਬਚਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜ਼ਿਕਰ ਕਰਦੇ ਆ, ਜੀਓ ਤਪਤ ਹੈ ਬਾਹਰੋਂ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਸਾਹਿਬ ਨੇ ਕਿਹਾ ਆ ਜਿੰਦ ਬਾਰ ਬਾਰ ਬਿਲਕਦੀ ਪਈ ਆ, ਤੜਫਦੀ ਪਈ ਹੈ, ਕਾਰਨ ਇਹ ਰੱਬ ਦੇ ਨਾਲੋਂ ਟੁੱਟ ਕੇ ਸੰਸਾਰੀ ਕਰਮ ਪਈ ਕਰਦੀ ਆ। ਸਾਹਿਬ ਉੱਥੇ ਜ਼ਿਕਰ ਕੀਤਾ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਸਾਹਿਬ ਨੇ ਕਿਹਾ ਇੱਕ ਕੋੜ ਦਾ ਰੋਗੀ ਕੋੜ ਦੇ ਰੋਗ ਦੇ ਕਰਕੇ ਬੜਾ ਤੜਫਦਾ, ਜੇ ਸੱਜਣਾ ਤੈਨੂੰ ਰੱਬੀ ਬੋਲੀ ਰੱਬੀ ਬਾਣੀ, ਸਾਹਿਬ ਨੇ ਕਿਹਾ ਇਹ ਸੱਚੇ ਬਚਨ ਜੇ ਤੈਨੂੰ ਭੁੱਲੇ ਨੇ, ਤੇਰਾ ਜੀਵਨ ਉਹ ਕੋੜ ਦੇ ਰੋਗੀ ਦੇ ਬਰਾਬਰ ਆ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਪੱਕਾ ਰੋਗੀ ਤੋਂ ਭਾਵ ਹੈ ਕੋੜ ਦਾ ਰੋਗੀ। ਇਸੇ ਤਰ੍ਹਾਂ ਸਾਹਿਬ ਉਸੇ ਸ਼ਬਦ ਵਿੱਚ ਇਹ ਗੱਲ ਕਹਿੰਦੇ ਆ, ਮੋਤੀ ਤਾਂ ਮੰਦਰ ਉਸਰਿਆਂ ਵਾਲੇ ਮੁਬਾਰਕ ਸ਼ਬਦ ਦਾ ਰਹਾਉ ਵਾਲਾ ਪਦਾ, ਉਹਦੇ ਵਿੱਚ ਸਾਹਿਬ ਕਹਿ ਰਹੇ ਨੇ, ਹਰ ਬਿਨ ਜੀਓ ਜਲ ਬਲ ਜਾਉ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਠਾਉ। ਹਰੀ ਤੋਂ ਬਗੈਰ ਸੱਜਣਾ ਜਿੰਦ ਬਿਲਕਦੀ ਹੈ, ਤੜਫਦੀ ਹੈ। ਇਹਦੇ ਉੱਪਰ ਜਮਾਂ ਦੀ ਮਾਰ ਨਿਤ ਪੈ ਰਹੀ ਹੈ। ਮਾਰੇ ਲੂਟੈ ਨੀਤ ਨੀਤ, ਕਦੇ ਕਾਮ ਲੁੱਟ ਰਿਹਾ, ਕਦੇ ਕ੍ਰੋਧ ਲੁੱਟ ਰਿਹਾ, ਕਦੇ ਲੋਭ ਤੇ ਕਦੇ ਮੋਹ, ਕਦੇ ਹੰਕਾਰ ਤੇਰੇ ਅਧਿਆਤਮਿਕ ਤੇਰੇ ਰੱਬੀ ਖਜ਼ਾਨੇ ਨੂੰ ਨਿਤ ਲੁੱਟਦਾ ਪਿਆ ਵਾ। ਇਸ ਕਰਕੇ ਸਾਹਿਬ ਇਹ ਕਹਿੰਦੇ ਆ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਫਿਰ ਸਾਹਿਬ ਇਹ ਵੀ ਆਖਦੇ, ਭਗਤ ਕਬੀਰ ਜੀ ਦੇ ਰੱਬੀ ਬਚਨ, ਉਹਨਾਂ ਕਿਹਾ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਇਸੇ ਸਾਹਿਬ ਇਹ ਕਹਿ ਰਹੇ ਨੇ, ਸਜਣਾ ਕਾਹਦੇ ਲਈ ਉਹਨੂੰ ਭੁੱਲਦਾ ਪਿਆ ਵਾਂ, ਉਹਨੂੰ ਵਿਸਾਰ ਕੇ ਬੈਠਾ ਹੋਇਆ ਜਿਹਨੇ ਤੇਰੀ ਤਿਲ ਮਾਤਰ ਕੀਤੀ ਮਿਹਨਤ ਦੀ ਜਿਹੜੀ ਘਾਲਣਾ ਉਹ ਤੇਰੇ ਪੱਲੇ ਪਾਈ ਆ। ਫਿਰ ਦੂਜਾ ਬੰਦ ਸਾਹਿਬ ਨੇ ਇਹਦੇ ਵਿੱਚ ਇਹ ਆਖਿਆ, ਸੋ ਕਿਉਂ ਵਿਸਰੈ ਜੇ ਕੀਆ ਜਾਣੈ। ਉਹ ਕਾਹਦੇ ਲਈ ਤੈਨੂੰ ਵਿਸਰਦਾ ਪਿਆ, ਜਿਹੜਾ ਤੇਰੀ ਹਰ ਇੱਕ ਕੀਤੀ ਕਿਰਤ, ਤੇਰੇ ਹਰ ਇੱਕ ਕੀਤੇ ਕਰਮ ਨੂੰ ਜਾਣਦਾ ਪਿਆ ਵਾ, ਜਿਹਦੇ ਪਾਸ ਤੇਰੀ ਲਿਸਟ ਬਣੀ ਪਈ ਹੈ ਤੇਰੇ ਕਰਮਾਂ ਦੀ ਸੱਜਣਾ, ਜਿਹਨੇ ਤੇਰੇ ਇੱਕ ਵੀ ਕੰਮ ਨੂੰ ਕੀਤੇ ਹੋਏ ਨੂੰ ਜਿਹੜਾ ਭੁੱਲਿਆ ਨਹੀਂ। ਇਹ ਕਹਿ ਲਈਏ ਵੀ ਰੱਬ ਤੇਰੇ ਹਰ ਇੱਕ ਕੰਮ ਤੇ ਨਿਗਾਹ ਰੱਖ ਰਿਹਾ ਵਾ, ਹਰ ਇੱਕ ਕੰਮ ਤੇ ਨਿਗਾਹ ਰੱਖ ਰਿਹਾ। ਜੇ ਇਹ ਗੱਲ ਕਹੀ ਹੈ ਨਾ ਸਾਹਿਬ ਨੇ ਕਿ ਰਬ ਰਖਿਆ ਸਰਬੱਤਰ ਮੈਂ, ਮਨ ਸਦਾ ਧਿਆਈ, ਤਾਂ ਸੱਚਮੁੱਚ ਜੀ ਸਾਨੂੰ ਗੁਰੂ, ਸਾਨੂੰ ਪਰਮੇਸ਼ਰ ਹਰ ਸਮੇਂ ਬਾਜ ਕਰ ਰਿਹਾ ਵਾ। ਸਾਹਿਬ ਨੇ ਕਿਹਾ ਕਾਹਦੇ ਲਈ ਭੁੱਲ ਰਿਹਾ ਤੈਨੂੰ, ਉਹ ਸੱਜਣਾ ਜਿਹਦੇ ਦਰ ਤੇ ਤੇਰੇ ਕਰਮਾਂ ਦੇ ਲੇਖੇ ਜੋਖੇ ਹੋਣੇ ਆ, ਜਿਹਦੇ ਦਰ ਤੇ ਤੇਰੇ ਕਰਮ ਦੇਖੇ ਜਾਣੇ ਆ। ਜੇ ਕਰਮ ਸੁੰਦਰ ਸ੍ਰੇਸ਼ਟ ਤੇ ਉੱਤਮ ਪਰ ਉਪਕਾਰੀਆਂ ਵਾਲੇ ਹੋਣਗੇ ਤਾਂ ਸਾਹਿਬ ਨੇ ਕਿਹਾ ਪੱਤ ਪਾਏ ਦਰਬਾਰ ਵਾਲਾ ਬਣ ਜਾਏਗਾ। ਸਾਹਿਬ ਨੇ ਕਿਹਾ ਜੇ ਤੇਰੇ ਕਰਮ ਨੀਚ ਹੋਏ, ਮਾਲਕ ਨੇ ਆਖਿਆ ਤ੍ਰਿਗ 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 ਤੇਰਾ ਜਨਮ ਹੋਵੇਗਾ, ਲਾਂਤਾਂ ਭਰਿਆ ਹੋਵੇਗਾ। ਜੇ ਤੇਰੇ ਕਰਮ ਸਾਹਿਬ ਨੇ ਕਿਹਾ ਚੰਗੇ ਹੋਣਗੇ ਤਾਂ ਸੁਰਖਰੂ, ਜੇ ਮਾੜੇ ਹੋਣਗੇ ਤਾਂ ਸਾਹਿਬ ਨੇ ਕਿਹਾ ਇੱਥੇ ਵੀ ਤੇਰੀ ਇੱਜ਼ਤ ਨਹੀਂ ਤੇ ਉਸ ਦੇ ਦਰ ਤੇ ਵੀ ਤੇਰੀ ਕੋਈ ਬਹੁਤੀ ਇੱਜ਼ਤ ਨਹੀਂ ਹੋਵੇਗੀ। ਸਾਹਿਬ ਕਿਹਾ ਸੋ ਕਿਉਂ ਵਿਸਰੈ
ਜੇ ਕੀਆ ਜਾਣੈ ਕਾਹਦੇ ਲਈ ਭੁੱਲਦਾ, ਜਿਹਨੇ ਤੇਰੇ ਹਰ ਇੱਕ ਕੀਤੇ ਕਰਮ ਨੂੰ ਜਿਹੜਾ ਜਾਣਦਾ ਪਿਆ ਵਾ। ਤੇ ਸਾਹਿਬ ਨੇ ਇਹ ਅਕਸਰ ਬਾਣੀ ਵਿੱਚ ਕਰਮਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਸਾਹਿਬ ਦੇ ਰੱਬੀ ਬਚਨ ਕਹਿ ਦਿੰਦੇ ਆ ਜੀ, ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਨਾ ਦਿਸ ਬ੍ਰਹਮੇ ਥਕ ਆਏ ਪ੍ਰਭ ਕੀ ਸ਼ਾਮ। ਸਾਹਿਬ ਨੇ ਕਿਹਾ ਸੱਜਣਾ, ਕਰਮਾਂ ਕਰਕੇ ਰੱਬ ਨਾਲੋਂ ਵਿਛੜਿਆ, ਆਪਣੇ ਕਰਮ ਸੋਹਣੇ ਕਰ ਲੈ, ਆਪਣੇ ਕਰਮ ਨਿਰਮਲ ਕਰ ਲੈ, ਤੇਰਾ ਮਿਲਾਪ ਉਹ ਰੱਬ ਦੇ ਨਾਲ ਹੋਵੇਗਾ। ਸਾਹਿਬ ਦੇ ਬਚਨ ਇਹ ਗੱਲ ਕਰਮਾਂ ਦੇ ਪਰਥਾਏ ਆਖਦੇ ਆ ਜੀ, ਜੇਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਜਾਂ ਸਾਹਿਬ ਆਖਦੇ ਨੇ ਇਹ ਕਰ ਕਰੈ ਸੋ ਇਹ ਕਰ ਪਾਵੇ, ਇੱਧਰਲੇ ਹੱਥ ਦੇ ਨਾਲ ਜਿੱਦਾਂ ਦਾ ਕਰਦਾ ਦੂਜੇ ਨਾਲ ਤੈਨੂੰ ਵੱਢਣਾ ਵੀ ਉਦਾਂ ਦਾ ਹੀ ਪਵੇਗਾ। ਜੇਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਤੇ ਸਾਹਿਬ ਇੱਥੇ ਕਹਿ ਰਿਹਾ ਕਾਹਦੇ ਲਈ, ਉਹਨੂੰ ਵਿਸਾਰ ਕੇ ਬੈਠਾ ਸੱਜਣਾ ਜਿਹੜਾ ਤੇਰੇ ਕੀਤੇ ਕਰਮਾਂ ਤੇ ਤੇਰੇ ਤੇ ਹਰ ਵਕਤ ਨਿਗਾਹ ਰੱਖ ਰਿਹਾ ਵਾ। ਫਿਰ ਸਾਹਿਬ ਆਖਿਆ, ਸੋ ਕਿਉ ਵਿਸਰੈ ਜਿਨ ਸਭ ਕਿਛ ਦੀਆ। ਇਹ ਪੰਕਤੀਆਂ ਹਰ ਇੱਕ ਇਨਸਾਨ ਗਾ ਲੈਂਦਾ ਜੀ, ਵੀ ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ। ਕਾਹਦੇ ਲਈ, ਉਹਨੂੰ ਵਿਸਾਰ ਕੇ ਬੈਠਾ ਜਿਹਨੇ ਸਾਰਾ ਕੁਝ ਦਿੱਤਾ ਵਾ। ਹੁਣ ਸਭ ਕਿਸ ਦੇ ਵਿੱਚ ਤਾਂ ਜੀ ਸਾਰਾ ਕੁਝ ਹੀ ਆ ਜਾਂਦਾ, ਇੱਥੇ ਰਹਿੰਦਾ ਕੁਛ ਵੀ ਨਹੀਂ ਆ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ ਤੋਂ ਭਾਵ ਇਹ ਹੈ ਵੀ ਬੰਦਿਆ ਤੇਰੇ ਕੋਲ ਤੇਰਾ ਖੁਦ ਦਾ ਕੁਝ ਵੀ ਨਹੀਂ ਆ। ਜਿਵੇਂ ਭਗਤ ਜੀ ਕਹਿੰਦੇ ਆ ਨਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਕੀਮਤੀ ਪਦਾਰਥ ਗੁਰੂ ਦੇ ਦਰ ਤੇ ਲਿਆ ਕਰਕੇ ਰੱਖਦਾ ਇਨਸਾਨ ਤੇ ਮਨ 'ਚ ਹੰਕਾਰ ਲੈ ਕੇ ਬੈਠਾ ਵੀ ਮੈਂ ਰੱਬ ਦੇ ਵਿਹੜੇ ਤੇ ਆ ਕੀਮਤੀ ਪਦਾਰਥ ਭੇਟਾ ਕੀਤਾ। ਸਾਹਿਬ ਨੇ ਕਿਹਾ ਸੱਜਣਾ, ਦਿੱਤਾ ਤਾਂ ਸਭ ਕੁਝ ਰੱਬ ਦਾ ਹੀ ਹੋਇਆ, ਤੇ ਰੱਬ ਦੇ ਅੱਗੇ ਰੱਖ ਕੇ ਹੀ, ਗੁਰੂ ਦੇ ਅੱਗੇ ਰੱਖ ਕੇ ਹੀ ਇਹ ਗੱਲ ਦਾ ਹੰਕਾਰ ਚੁੱਕੀ ਫਿਰਦਾ ਵੀ ਮੈਂ ਕੀਮਤੀ ਭੇਟਾ ਗੁਰੂ ਦੇ ਅੱਗੇ ਅਰਪ ਕਰ ਦਿੱਤੀ ਆ। ਇਨਸਾਨ ਦੇ ਜੀਵਨ ਵਿੱਚ ਆਉਂਦਾ ਵਾ ਜੀ ਹੰਕਾਰ। ਜਦੋਂ ਇਹ ਰੱਬ ਦੇ ਵਿਹੜੇ ਤੁਰ ਕੇ ਆਉਂਦਾ ਵਾ ਨਾ, ਜਦੋਂ ਇਹ ਕੋਈ ਕੀਮਤੀ ਚੀਜ਼ ਲੈ ਆਵੇ, ਕਿਤੇ ਨਾ ਕਿਤੇ ਬੰਦੇ ਦੇ ਮਨ 'ਚ ਹੰਕਾਰ ਆਉਂਦਾ। ਇਸੇ ਤਰ੍ਹਾਂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਰੱਬੀ ਬਚਨਾਂ ਵਿੱਚ ਵੀ ਕਹਿ ਰਹੇ ਨੇ, ਉਹਨਾਂ ਜ਼ਿਕਰ ਕੀਤਾ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਤੀਰਥਾਂ ਤੇ ਵੀ ਜਾ ਰਿਹਾ, ਵਰਤ ਵੀ ਰੱਖ ਰਿਹਾ, ਦਾਨ ਵੀ ਕਰ ਰਿਹਾ, ਪਰ ਮਨ ਮੈਂ ਧਰੈ ਗੁਮਾਨ, ਇਹਦੇ ਮਨ ਦੇ ਵਿੱਚ ਹੰਕਾਰ ਉਹਦੇ ਉਵੇਂ ਦਾ ਉਵੇਂ ਹੀ ਪਿਆ ਵਾ। ਇਸ਼ਨਾਨ ਜ਼ਰੂਰ ਕਰਕੇ ਆਇਆ, ਪਰ ਮਨ ਵਿੱਚ ਮੈਲ ਉਸੇ ਤਰ੍ਹਾਂ ਹੀ ਚੁੱਕੀ ਫਿਰਦਾ ਜਿੱਦਾਂ ਇਹਦੇ ਪਹਿਲਾਂ ਸੀ। ਤੇ ਇੱਥੇ ਸਾਹਿਬ ਕਹਿ ਰਹੇ ਨੇ, ਸੋ ਕਿਉ ਵਿਸਰੈ ਜਿਨ ਸਭ ਕੁਛ ਦੀਆ। ਸੱਜਣਾ, ਉਹਨੂੰ ਕਾਹਦੇ ਲਈ ਵਿਸਾਰ ਕੇ ਬੈਠਾ, ਉਹਨੂੰ ਕਾਹਦੇ ਲਈ ਭੁੱਲ ਕੇ ਬੈਠਾ ਜਿਹਨੇ ਤੈਨੂੰ ਸਾਰਾ ਕੁਝ ਹੀ ਦਿੱਤਾ। ਤੇ ਜਦੋਂ ਉਹਦੀਆਂ ਦਾਤਾਂ ਦਾ ਜ਼ਿਕਰ ਸਾਹਿਬ ਗੁਰੂ ਅਰਜਨ ਪਾਤਸ਼ਾਹ ਨੇ ਕੀਤਾ, ਪਿਛਲੇ ਆਪਾਂ ਪਦੇ ਵਿਚਾਰ ਕੇ ਆਏ ਹਾਂ, ਜਿਨ੍ਹਾਂ ਵਿੱਚ ਸਾਹਿਬ ਨੇ ਜ਼ਿਕਰ ਕੀਤਾ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਇਹਦੇ ਵਿੱਚ ਸਾਰੀਆਂ ਦਾਤਾਂ ਦੀ ਲਿਸਟ ਆ। ਸਾਹਿਬ ਨੇ ਕਿਹਾ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਸ ਸਵਾਰ ਸੰਗਾਰਿਆ, ਗਰਭ ਅਗਨ ਮੈਂ ਜਿਨੈ ਉਵਾਰਿਆ, ਵਾਰ ਵਸਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਕ ਸੈਨ, ਮੁਖ ਪਿਆਉ ਬੈਠ ਕੋ ਦੈਨ। ਸਾਹਿਬ ਨੇ ਕਿਹਾ, ਇਹ ਨਿਰਗੁਣ ਗੁਣ ਕਿਛੂ ਨ ਬੂਝੈ, ਬਖਸ਼ ਲਿਹੋ ਤਉ ਨਾਨਕ ਸੀ। ਜੇ ਕਿੰਨਾ ਕੁਝ ਦਿੱਤਾ ਜੀ ਰੱਬ ਦੇ ਵਿਹੜੇ ਤੋਂ, ਸਾਨੂੰ ਕਿੰਨੀਆਂ ਪ੍ਰਾਪਤੀਆਂ ਹੋਈਆਂ। ਸਾਹਿਬ ਨੇ ਕਿਹਾ, ਤੈਨੂੰ ਭੋਜਨ ਛਕਣ ਦੇ ਲਈ ਦੰਦ ਰੱਬ ਨੇ ਦਿੱਤੇ, ਜੱਗ ਦੇਖਣ ਦੇ ਲਈ ਨੇਤਰ ਰੱਬ ਨੇ ਦਿੱਤੇ, ਸੁਣਨ ਦੇ ਲਈ ਸ਼ਰਵਣ ਸਰੋਤ ਤੈਨੂੰ ਰੱਬ ਦੇ ਵਿਹੜੇ ਤੋਂ ਮਿਲੇ, ਆ ਕਦਮ ਤੈਨੂੰ ਰੱਬ ਦੇ ਵਿਹੜੇ ਤੋਂ ਮਿਲੇ। ਸੱਜਣਾ, ਬੜੇ ਨੇ ਇੱਥੇ ਜਿਨ੍ਹਾਂ ਦਾ ਜਨਮ ਹੋਇਆ ਤੇ ਉਹਨਾਂ ਦੇ ਸਵਾਸ ਹੀ ਨਹੀਂ ਨੇ। ਮੁੱਚ ਗਰਭ ਕੀਏ, ਕਈ ਗਰਭ ਦੇ ਵਿੱਚ ਹੀ ਚੜ੍ਹਾਈ ਕਰ ਗਏ, ਤੇ ਕਈਆਂ ਨੇ ਸੰਸਾਰ ਦੇਖਿਆ, ਪਰ ਜਦੋਂ ਸੰਸਾਰ ਦੇਖਿਆ ਉਹਨਾਂ ਆਖਰੀ ਸਵਾਸ ਵੀ ਲੈ ਲਿਆ। ਸਾਹਿਬ ਨੇ ਕਿਹਾ, ਸ਼ੁਕਰ ਕਰਿਆ ਕਰ ਵੀ ਬੜਾ ਕੁਝ ਦਿੱਤਾ, ਤੇ ਉਹਨੂੰ ਭੁੱਲਣਾ ਜਿਹਨੇ ਤੈਨੂੰ ਸਭ ਕੁਝ ਦਿੱਤਾ ਵਾ। ਸਾਹਿਬ ਕਹਿ ਰਹੇ ਨੇ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ। ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਸਾਹਿਬ ਨੇ ਫਿਰ ਕਿਹਾ, ਸਾਹਿਬ ਆਖਿਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਵੀ ਆ ਸੋਹਣੀ ਜ਼ਿੰਦਗੀ ਤੈਨੂੰ ਦਿੱਤੀ ਆ,
ਜਿਸ ਦੇਹੀ ਕੋ ਸਿਮਰੈ ਦੇਵ। ਸਾਹਿਬ ਨੇ ਕਿਹਾ ਇਹਨੂੰ ਦੇਵਤੇ ਵੀ ਲੋਚਦੇ ਨੇ ਵੀ ਸਾਨੂੰ ਮਨੁੱਖਾ ਦੇਹੀ ਮਿਲ ਜਾਏ। ਸਾਹਿਬ ਨੇ ਕਿਹਾ ਤੈਨੂੰ ਦਿੱਤੀ ਆ ਸੱਜਣਾ ਆ ਜ਼ਿੰਦਗੀ, ਤੈਨੂੰ ਦਿੱਤਾ ਆ ਜੀਵਨ, ਤੈਨੂੰ ਦਿੱਤਾ ਆ ਤਨ, ਰੱਬ ਦੇ ਵਿਹੜੇ ਤੋਂ ਲੈ ਕੇ ਸੱਜਣਾ ਉਸ ਰੱਬ ਨੂੰ ਕਦੇ ਭੁੱਲ ਨਾ। ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਸਾਹਿਬ ਨੇ ਕਿਹਾ ਜਿਹਨੇ ਜ਼ਿੰਦਗੀ ਦਾਨ ਦੇ ਵਿੱਚ ਦਿੱਤੀ, ਜਿਹਨੇ ਸਵਾਸ ਦਾਨ ਵਿੱਚ ਦਿੱਤੇ, ਜਿਹਨੇ ਨੇਤਰ ਆ ਤਨ ਸਰੀਰ ਦੇ ਕਰਮ ਇੰਦਰੇ ਤੈਨੂੰ ਜਿਹਨੇ ਦਿੱਤੇ ਸੱਜਣਾ ਉਹਨੂੰ ਕਾਹਦੇ ਲਈ ਭੁੱਲੀ ਬੈਠਾ ਵਾਂ। ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਜਿਹੜਾ ਤੇਰੀ ਜ਼ਿੰਦਗੀ ਤੈਨੂੰ ਦੇ ਰਿਹਾ, ਜਿਹਨੇ ਦਿੱਤੀ ਆ, ਜਿਹਨੇ ਜੀਵਨ ਦਿੱਤਾ, ਉਹਨੂੰ ਕਾਹਦੇ ਲਈ ਭੁੱਲੀ ਬੈਠਾ ਵਾਂ। ਉਹਨੂੰ ਚੇਤੇ ਕਰ। ਤੇ ਸਾਹਿਬ ਅਕਸਰ ਕਹਿੰਦੇ ਆ ਜੀ ਚੇਤ ਗੋਬਿੰਦ ਆਰਾਧੀਐ ਹੋਵੈ ਆਨੰਦ ਕਨਾ। ਸਾਹਿਬ ਨੇ ਕਿਹਾ ਚੇਤੇ ਕਰ ਉਹਨੂੰ ਜਿਹਨੇ ਤੈਨੂੰ ਸਾਰਾ ਕੁਝ ਦਿੱਤਾ, ਉਹਨੂੰ ਨਾ ਭੁੱਲ, ਉਹਨੂੰ ਨਾ ਵਿਸਾਰ। ਸਾਹਿਬ ਨੇ ਕਿਹਾ ਰੱਬੀ ਸਿਮਰਨ ਰੱਬੀ ਯਾਦ ਤੋਂ ਬਗੈਰ ਸੱਜਣਾ ਤੇਰਾ ਜੀਵਨ ਸੱਪ ਦੀ ਜ਼ਿੰਦਗੀ ਦੀ ਤਰ੍ਹਾਂ ਮਾਂ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ। ਸਾਹਿਬ ਨੇ ਕਿਹਾ ਸੱਜਣਾ ਜਿਵੇਂ ਜ਼ਹਿਰ ਸੱਪ ਘੋਲਦਾ ਇਸੇ ਤਰ੍ਹਾਂ ਤੇਰੀ ਜ਼ਿੰਦਗੀ ਹੈ। ਗੁਰੂ ਤੋਂ ਬਾਗੀ ਹੋ ਕੇ, ਪਰਮੇਸ਼ਰ ਦੀ ਯਾਦ ਤੋਂ ਬਾਗੀ ਹੋ ਕੇ ਜੀਵਨ ਜਦੋਂ ਜਦੋਂ ਬਤੀਤ ਕਰੇਗਾ, ਸਾਹਿਬ ਨੇ ਕਿਹਾ ਸੱਜਣਾ ਤੇਰਾ ਜੀਵਨ ਸੱਪ ਦੀ ਤਰ੍ਹਾਂ ਵਾ। ਜਾਂ ਸਾਹਿਬ ਆਖਦੇ ਨੇ ਜਦੋਂ ਰੱਬ ਤੈਨੂੰ ਯਾਦ ਉਦੋਂ ਜਿਉਂਦਾ ਅਧਿਆਤਮਿਕ ਤੌਰ ਤੇ, ਜਦੋਂ ਰੱਬ ਭੁੱਲ ਗਿਆ ਨਾ ਸੱਜਣਾ ਤੂੰ ਆਤਮਿਕ ਤੌਰ ਤੇ ਮਰਿਆ ਹੋਇਆ ਵਾ। ਜਿਵੇਂ ਸਾਹਿਬ ਆਖਦੇ ਨੇ ਆਖਾਂ ਜੀਵਾਂ ਬਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ। ਸਾਹਿਬ ਨੇ ਕਿਹਾ ਸੱਜਣਾ ਜਦੋਂ ਸੱਚੇ ਨਾਮ ਦੀ ਭੁੱਖ ਲੱਗੇਗੀ ਨਾ, ਫਿਰ ਸਾਹਿਬ ਨੇ ਕਿਹਾ ਇਹਦੇ ਤੋਂ ਤ੍ਰਿਪਤੀ ਵੀ ਤੇਰੀ ਗੁਰੂ ਕਰਾਵੇਗਾ। ਫਿਰ ਸਾਹਿਬ ਇੱਥੇ ਕਹਿ ਰਹੇ ਨੇ ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਸੱਜਣਾ ਉਹ ਕਾਹਦੇ ਲਈ ਭੁੱਲ ਰਿਹਾ ਵਾ ਜਿਹਨੇ ਤੈਨੂੰ ਜ਼ਿੰਦਗੀ ਦਾਨ ਵਿੱਚ ਦਿੱਤੀ ਆ, ਜਿਹਨੇ ਤੈਨੂੰ ਜੀਵਨ ਦਿੱਤਾ। ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਸੋ ਕਿਉਂ ਵਿਸਰੈ ਜੇ ਅਗਨ ਮਹਿ ਰਾਖੈ। ਹੁਣ ਇੱਥੇ ਜ਼ਿਕਰ ਹੈ ਜੀ ਅਗਨ ਮਹਿ ਰਾਖੈ। ਅਗਨ ਮਹਿ ਰਾਖੈ ਤੋਂ ਭਾਵ ਤੈਨੂੰ ਮਾਤਾ ਦੀ ਗਰਭ ਦੀ ਜਠਰ ਅਗਨ ਦੇ ਵਿੱਚ ਵੀ ਉਹਨੇ ਤੈਨੂੰ ਪਾਲਿਆ, ਤੈਨੂੰ ਤੱਤੀ ਵਾਹ ਨਹੀਂ ਜੀ ਲੱਗਣ ਦਿੱਤੀ। ਮਾਤ ਗਰਭ ਮੈਂ ਆਪਨ ਸਿਮਰਨ। ਸਾਹਿਬ ਨੇ ਕਿਹਾ ਜਿਹਦੇ ਵਿੱਚ, ਸਾਹਿਬ ਨੇ ਕਿਹਾ ਤੈਨੂੰ ਮਾਤਾ ਦੀ ਗਰਭ ਦੇ ਵਿੱਚ ਉਹਨੇ ਰਾਖੀ ਤੇਰੀ ਕੀਤੀ, ਉਹਨੂੰ ਕਾਹਦੇ ਲਈ ਭੁੱਲ ਬੈਠਾ, ਕਾਹਦੇ ਲਈ ਭੁੱਲ ਕੇ ਬੈਠਾ ਹੋਇਆ, ਉਹਨੂੰ ਚੇਤੇ ਕਰ। ਫਿਰ ਇੱਥੇ ਸਾਹਿਬ ਕਹਿ ਰਹੇ ਨੇ ਸੋ ਕਿਉਂ ਵਿਸਰੈ ਜੇ ਅਗਨ ਮਹਿ ਰਾਖੈ। ਜਿੱਥੇ ਮਾਤਾ ਦੀ ਗਰਭ ਦੀ ਅਗਨ ਹੈ, ਸਾਹਿਬ ਨੇ ਕਿਹਾ ਸੱਜਣਾ ਸੰਸਾਰ ਦੇ ਵਿੱਚ ਵੀ ਤੂੰ ਕਈ ਪ੍ਰਕਾਰ ਦੀ ਅਗਨ ਵਿੱਚ ਆਪਣੇ ਜੀਵਨ ਨੂੰ ਪਿਆ ਬਰਬਾਦ ਕਰ ਰਿਹਾ ਵਾ। ਤ੍ਰਿਸ਼ਨਾ ਦੀ ਅੱਗ, ਸੋਗ ਦੀ ਅੱਗ, ਪਰ ਧਨ ਦੀ ਅੱਗ, ਕਿੰਨੇ ਤਰ੍ਹਾਂ ਦੀ ਅੱਗ ਜਿਹੜੀ ਜੀਵਨ ਦੇ ਵਿੱਚ ਲੱਗੀ ਹੋਈ ਹੈ, ਜਿਹਦਾ ਜ਼ਿਕਰ ਸਾਹਿਬ ਨੇ ਮੁਬਾਰਕ ਸ਼ਬਦ ਵਿੱਚ ਵੀ ਕੀਤਾ ਵਾ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਉਹਦੇ ਵਿੱਚ ਸਾਹਿਬ ਜ਼ਿਕਰ ਕਰਦੇ ਆ ਜੀ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ। ਸਾਹਿਬ ਜ਼ਿਕਰ ਕੀਤਾ ਸੋਗ ਅਗਨ ਤਿਸ ਜਨ ਨਾ ਵਿਆਪੈ। ਸਾਧੂ ਸਾਹਿਬ ਨੇ ਕਿਹਾ ਉੱਥੇ ਜ਼ਿਕਰ ਕਿਹਾ, ਮਾਲਕ ਨੇ ਆਖਿਆ ਜਿੱਥੇ ਸੋਗ ਦੀ ਅਗਨ ਆ ਉੱਥੇ ਤੈਨੂੰ ਤ੍ਰਿਸ਼ਨਾ ਦੀ ਵੀ ਅਗਨ ਆ। ਸੋਗ ਦੀ ਅਗਨ ਤੋਂ ਗੁਰੂ ਕੇ ਗੁਣ ਤੈਨੂੰ ਬਚਾਉਂਦੇ ਆ, ਤ੍ਰਿਸ਼ਨਾ ਦੀ ਅਗਨ ਤੋਂ ਤੈਨੂੰ ਗੁਰੂ ਬਚਾਉਂਦਾ ਵਾ, ਕ੍ਰੋਧ ਦੀ ਅਗਨ ਤੋਂ ਤੈਨੂੰ ਗੁਰੂ ਬਚਾਉਂਦਾ, ਮੋਹ ਦੀ ਅਗਨ ਤੋਂ ਤੈਨੂੰ ਗੁਰੂ ਬਚਾਉਂਦਾ ਵਾ। ਇਹਦੇ ਵਿੱਚ ਤੂੰ ਪੈ ਕੇ ਜੀਵਨ ਪਿਆ ਬਰਬਾਦ ਕਰ ਰਿਹਾ, ਇਹਨਾਂ ਤੋਂ ਤੈਨੂੰ ਗੁਰੂ ਬਚਾਉਂਦਾ। ਕਾਹਦੇ ਲਈ ਸੱਜਣਾ ਰੱਬ ਨੂੰ ਭੁੱਲ ਕੇ ਬੈਠਾ ਜਿਹੜਾ ਤੈਨੂੰ ਇਹਨਾਂ ਅੱਗਾਂ ਦੇ ਵਿੱਚ ਵੀ ਤੇਰੀ ਰਾਖੀ ਪਿਆ ਕਰ ਰਿਹਾ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ ਤਰੀਐ ਕਰਮੀ ਲੱਗ। ਜਿਨ੍ਹਾਂ ਤੇ ਗੁਰੂ ਕੀ ਬਖਸ਼ਿਸ਼ ਹੋਈ ਉਹ ਇਹਨਾਂ ਜਠਰ ਅਗਨਾਂ ਤੋਂ ਉਹਨਾਂ ਨੇ ਆਪਣਾ ਬਚਾਅ ਕਰਵਾਇਆ। ਉਹ ਬਚੇ ਜਿਨ੍ਹਾਂ ਉੱਪਰ ਪੂਜਾ ਕਰ ਗੁਰ ਪਹਿ ਪੁਕਾਰਿਆ। ਉਹ ਬਚੇ ਜਿਨ੍ਹਾਂ ਗੁਰੂ ਅੱਗੇ ਖਲੋ ਕੇ ਅਰਦਾਸ ਕੀਤੀ ਕਿ ਰਾਖ ਲਿਹੋ
ਹਮ ਤੇ ਵਿਗਰੀ। ਐ ਮੇਰੇ ਮਾਲਕ ਸਾਡੀ ਰਾਖੀ ਕਰ, ਅਸੀਂ ਆਪਣੀ ਵਿਗਾੜ ਲਈ ਆ। ਹੁਣ ਇੱਥੇ ਜ਼ਿਕਰ ਕੀਤਾ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਗੁਰੂ ਦੀ ਕਿਰਪਾ ਨੂੰ ਸਾਹਿਬ ਨੇ ਕਿਹਾ ਕੋਈ ਬਿਰਲਾ ਹੀ ਆ ਜਿਹੜਾ ਪ੍ਰਾਪਤ ਕਰਦਾ, ਨਹੀਂ ਤਾਂ ਇੱਥੇ ਸਾਰੇ ਹੀ ਰੱਬ ਨੂੰ ਭੁੱਲ ਕੇ ਤੁਰੇ ਫਿਰਦੇ ਆ। ਕੋਈ ਬਿਰਲਾ ਹੀ ਆ ਜਿਹਦੇ ਜੀਵਨ ਵਿੱਚ ਗੁਰਪ੍ਰਸਾਦ ਦਾ ਵਾਕਿਆ ਵਾਪਰਦਾ ਵਾ, ਜਿਹਦੇ ਜੀਵਨ 'ਚ ਉਹਦੀ ਨਜ਼ਰ ਹੈ, ਰਹਿਮਤ ਉਹਦੀ ਇਨਾਇਤ ਹੈ। ਤੇ ਸਾਹਿਬ ਜ਼ਿਕਰ ਕਰਦੇ ਆ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਜਦੋਂ ਆਪਣਾ ਅੰਮ੍ਰਿਤ ਵੇਲਾ ਗੁਰੂ ਨੂੰ ਦਏਗਾ ਨਾ, ਤੇ ਸਾਹਿਬ ਨੇ ਕਿਹਾ ਜਦੋਂ ਸਿਫਤ ਸਲਾਹ ਇਬਾਦਤ ਉਸ ਗੁਰੂ ਉਸ ਪਰਮੇਸ਼ਰ ਦੀ ਕਰੇਗਾ, ਸਾਹਿਬ ਨੇ ਕਿਹਾ ਸਜਣਾ ਤੇਰੇ ਤੇ ਬਖਸ਼ਿਸ਼ ਦਾ ਕੱਪੜਾ ਗੁਰੂ ਪਾ ਦੇਵੇਗਾ, ਤੇਰੇ ਤੇ ਬਖਸ਼ਿਸ਼ ਦਾ ਕੱਪੜਾ ਗੁਰੂ ਪਾ ਦੇਵੇਗਾ। ਤੇ ਜਿੱਦਣ ਉਹਦੀ ਨਜ਼ਰੇ ਇਨਾਇਤ, ਉਹਦੀ ਰਹਿਮਤ ਤੇਰੇ ਤੇ ਹੋਈ, ਸਜਣਾ ਤੇਰੇ ਕੀਤੇ ਭਾਵਾਂ ਮਾੜੇ ਕਰਮ ਵੀ ਹੋਣ, ਉਹਨਾਂ ਤੇ ਵੀ ਗੁਰੂ ਪਰਦਾ ਪਾ ਦਿੰਦਾ ਵਾ। ਇੱਥੇ ਸਾਹਿਬ ਕਹਿ ਰਹੇ ਨੇ ਗੁਰਪ੍ਰਸਾਦ ਕੋ ਬਿਰਲਾ ਲਾਖੈ, ਕੋਈ ਬਿਰਲਾ ਹੀ ਆ ਜਿਹੜਾ ਉਹਦੀ ਬਖਸ਼ਿਸ਼ ਦੇ ਆਨੰਦ ਨੂੰ ਪਿਆ ਮਾਨਦਾ ਵਾ। ਸੋ ਕਿਉਂ ਵਿਸਰੈ ਜੇ ਬਿਖ ਤੇ ਕੱਢੈ, ਜ਼ਿੰਦਗੀ ਗੁਰੂ ਤੋਂ ਬਗੈਰ ਜੀ ਜ਼ਹਿਰ ਦੀ ਨਿਆਈ ਆ। ਗੁਰੂ ਤੋਂ ਬਗੈਰ ਜ਼ਹਿਰ ਦੀ ਨਿਆਈ ਆ, ਬਿਖ ਦੀ ਨਿਆਈ ਆ। ਬਿਖੇ ਵਨ ਫੀਕਾ ਤਿਆਗ ਰੀ ਸਖੀ, ਸਾਹਿਬ ਕਹਿ ਰਹੇ ਨੇ ਜ਼ਹਿਰ ਇਨਸਾਨ ਜ਼ਿੰਦਗੀ 'ਚ ਨਿਤ ਇਕੱਤਰ ਕਰ ਰਿਹਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਵਿੱਚ ਨਿਤ ਗੁਲਤਾਨ ਹੋ ਰਿਹਾ। ਫਿਰ ਸਾਹਿਬ ਕਹਿ ਰਹੇ ਨੇ ਸੋ ਕਿਉਂ ਵਿਸਰੈ ਜੇ ਵਿਖ ਤੇ ਕੱਢੈ, ਉਹ ਕਾਹਦੇ ਲਈ ਤੈਨੂੰ ਭੁੱਲਿਆ ਸੱਜਣਾ, ਜਿਹੜਾ ਤੈਨੂੰ ਜ਼ਹਿਰ ਵਿੱਚੋਂ ਕੱਢਦਾ ਬਚਾਉਂਦਾ, ਭਾਵ ਆ ਜਮਾਂ ਦੀ ਮਾਰ ਤੋਂ ਜਿਹੜਾ ਤੈਨੂੰ ਬਚਾਉਂਦਾ, ਕਾਹਦੇ ਲਈ ਭੁੱਲੀ ਬੈਠਾ ਇਹਨੂੰ। ਸੋ ਕਿਉਂ ਵਿਸਰੈ ਜੇ ਵਿਖ ਤੇ ਕੱਢੈ। ਫਿਰ ਸਾਹਿਬ ਨੇ ਆਖਿਆ ਜਨਮ ਜਨਮ ਕਾ ਟੂਟਾ ਗੰਢ ਹੈ। ਉਹ ਗੁਰੂ ਉਹ ਪਰਮੇਸ਼ਰ ਤੈਨੂੰ ਕਾਹਦੇ ਲਈ ਭੁੱਲ ਰਿਹਾ। ਸਾਹਿਬ ਨੇ ਕਿਹਾ ਜਿਹਦੇ ਨਾਲੋਂ ਤੂੰ ਟੁੱਟਿਆ ਤੇ ਉਹ ਆਪਣੇ ਆਪ ਨਾਲ ਤੈਨੂੰ ਖੁਦ ਹੀ ਮਿਲਾਉਂਦਾ, ਕਾਹਦੇ ਲਈ ਉਹਨੂੰ ਤੂੰ ਭੁੱਲੀ ਬੈਠਾ। ਜਨਮ ਜਨਮ ਕਾ ਟੂਟਾ ਗੰਢ ਹੈ। ਗੁਰੂ ਤੈਨੂੰ ਜਨਮਾਂ ਜਨਮਾਂ ਤੋਂ ਜਿਹੜਾ ਤੂੰ ਵਿਛੜਿਆ ਹੋਇਆ ਨਾ ਰੱਬ ਨਾਲੋਂ, ਸਾਹਿਬ ਨੇ ਕਿਹਾ ਤੈਨੂੰ ਗੁਰੂ ਮਿਲਾਉਂਦਾ, ਕਾਹਦੇ ਲਈ ਤੈਨੂੰ ਗੁਰੂ ਤੇ ਕਾਹਦੇ ਲਈ ਤੈਨੂੰ ਪਰਮੇਸ਼ਰ ਭੁੱਲਿਆ। ਉਹਨੂੰ ਨਿਤ ਚੇਤੇ ਕਰ, ਯਾਦ ਰੱਖ। ਗੁਰੂ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰ ਨਹੀਂ ਲੇ, ਭਾਹ ਨ ਸਾਕੈ ਜਲ ਹੈ। ਸਾਹਿਬ ਫਿਰ ਇੱਥੇ ਜ਼ਿਕਰ ਕੀਤਾ ਜਨਮ ਜਨਮ ਕਾ ਟੂਟਾ ਗੰਢ ਹੈ। ਅਖੀਰ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਗੁਰ ਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਅਖੀਰ ਵਿੱਚ ਸਾਹਿਬ ਕਹਿ ਰਹੇ ਨੇ ਤਤ ਦੀ ਗੱਲ ਤਾਂ ਸੱਜਣਾ ਇਹੀਓ ਆ ਕਿ ਕੋਈ ਬਿਰਲੇ ਹੀ ਨੇ ਜਿਨ੍ਹਾਂ ਨੂੰ ਗੁਰੂ ਦੀ, ਜਿਨ੍ਹਾਂ ਨੂੰ ਪਰਮੇਸ਼ਰ ਦੀ ਸਾਹਿਬ ਆਖਿਆ ਸਮਝ ਆਉਂਦੀ ਹੈ। ਤੇ ਜਿਨ੍ਹਾਂ ਨੂੰ ਸਮਝ ਆਈ ਫਿਰ ਉਹ ਉਹਨੂੰ ਧਿਆਉਂਦੇ ਆ ਤੇ ਉਹਨੂੰ ਚੇਤੇ ਕਰਦੇ ਆ। ਤੇ ਸਾਹਿਬ ਨੇ ਆਖਿਆ ਧਿਆਉਣ ਤੇ ਚੇਤੇ ਕਰਨ ਵਾਲੇ ਪੜਾਅ ਤੱਕ ਉਦੋਂ ਪਹੁੰਚੇਗਾ ਜਦੋਂ ਗੁਰੂ ਕੇ ਵਚਨਾਂ ਨੂੰ ਸੁਣੇਗਾ। ਸਾਹਿਬ ਨੇ ਕਿਹਾ ਸੁਣ ਕੇ ਮੰਨੇਗਾ। ਜਿੱਦਣ ਮੰਨ ਲਿਆ ਫਿਰ ਸਾਹਿਬ ਨੇ ਕਿਹਾ ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ। ਸਾਹਿਬ ਨੇ ਕਿਹਾ ਤੂੰ ਪੰਚ ਜਨ ਗੁਰਮੁਖ ਜਨ ਸੇਵਕ ਜਨ ਭਗਤ ਜਨ ਉਦਣ ਬਣੇਗਾ ਜਦੋਂ ਗੁਰੂ ਕੇ ਬਚਨਾਂ ਨੂੰ ਸੁਣ ਕੇ ਮੰਨੇਗਾ। ਫਿਰ ਤੂੰ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਾ ਮਾਨ, ਪੰਚੇ ਸੂਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸ਼ੁਮਾਰ। ਸਾਹਿਬ ਨੇ ਕਿਹਾ ਉਸ ਬੇਅੰਤ ਨੂੰ ਤੂੰ ਉਦਣ ਪਾਏਗਾ, ਉਹਨੂੰ ਉਦੋਂ ਚੇਤੇ ਕਰੇਗਾ ਜਦੋਂ ਤੂੰ ਗੁਰੂ ਕੇ ਬਚਨਾਂ ਨੂੰ ਸੁਣ ਕੇ ਮੰਨ ਕੇ ਇਹਨਾਂ ਦੀ ਕਮਾਈ ਕਰੇਗਾ। ਜਿੱਦਣ ਸੁਣਿਆ ਮੰਨਿਆ, ਸਾਹਿਬ ਨੇ ਕਿਹਾ ਇਹਨਾਂ ਬਚਨਾਂ ਨੂੰ ਕਮਾਇਆ, ਤੂੰ ਰੱਬ ਦਾ ਰੂਪ ਭਾਵ ਉਹਦੇ ਵਿੱਚ ਸਮਾ ਜਾਏਗਾ, ਇੱਕ ਦਾ ਤੂੰ ਰੂਪ ਬਣ ਜਾਏਗਾ। ਸਾਹਿਬ ਆਖਿਆ ਤੂੰ ਉਹਦਾ ਹੀ
ਰੂਪ ਹੋ ਜਾਏਗਾ ਜਦੋਂ ਉਹਨੂੰ ਧਿਆਏਗਾ। ਇਸ ਕਰਕੇ ਸਾਹਿਬ ਅੱਜ ਦੇ ਮੁਬਾਰਕ ਪਦੇ ਵਿੱਚ ਸਾਨੂੰ ਸਮਝਾ ਰਹੇ ਨੇ, ਸੱਜਣਾ ਉਹਨੂੰ ਨਾ ਭੁੱਲ ਜਿਹੜਾ ਤੇਰੀ ਕੀਤੀ ਤਿਲ ਮਾਤਰ ਮਿਹਨਤ ਦਾ ਵੀ ਤੈਨੂੰ ਫਲ ਦੇ ਰਿਹਾ। ਉਹਨੂੰ ਨਾ ਭੁੱਲ ਜਿਹਨੇ ਤੈਨੂੰ ਸਭ ਕੁਝ ਦਿੱਤਾ। ਉਹਨੂੰ ਨਾ ਭੁੱਲ ਜਿਹਨੇ ਤੈਨੂੰ ਜ਼ਿੰਦਗੀ ਦਿੱਤੀ ਹੈ। ਸਾਹਿਬ ਨੇ ਕਿਹਾ ਸੱਜਣਾ ਉਹਨੂੰ ਨਾ ਭੁੱਲ ਜਿਹਨੇ ਤੈਨੂੰ ਮਾਤਾ ਦੀ ਗਰਭ ਦੀ ਅਗਨ ਵਿੱਚ ਵੀ ਜਿਹਨੇ ਰਾਖੀ ਕੀਤੀ। ਸਾਹਿਬ ਆਖਿਆ ਸੱਜਣਾ ਉਹਨੂੰ ਨਾ ਭੁੱਲ, ਉਹਨੂੰ ਨਾ ਵਿਸਾਰ ਜਿਹਨੇ ਤੈਨੂੰ ਹਰ ਵਕਤ ਇਸ ਸੰਸਾਰ ਦੇ ਵਿੱਚ ਤੇਰੀ ਰਾਖੀ ਤੇ ਤੈਨੂੰ ਸੰਭਾਲਿਆ। ਉਹਨੂੰ ਨਾ ਭੁੱਲ, ਉਹਨੂੰ ਸਾਹਿਬ ਆਖਿਆ ਨਿਤ ਚੇਤੇ ਕਰ। ਤੇ ਸਾਹਿਬ ਰੱਬੀ ਬਚਨਾਂ 'ਚ ਕਹਿੰਦੇ ਵੀ ਆ, ਮਾਲਕ ਆਖਦੇ ਆ, ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਨਾ। ਜਿੱਦਣ ਰੱਬ ਗੁਰੂ ਨੂੰ ਚੇਤੇ ਕਰੇਗਾ ਤੇਰੀ ਜ਼ਿੰਦਗੀ 'ਚ ਸਦਾ ਦਾ ਆਨੰਦ ਹੈ। ਤੇ ਸਾਹਿਬ ਜਦੋਂ ਆਨੰਦ ਦੀ ਰੰਗ ਦੀ ਗੱਲ ਕਰਦੇ ਹੈ, ਸਾਹਿਬ ਆਖਦੇ ਆ ਰੰਗ ਲਾਗਤ 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 ਹੈ, ਭਉ ਭਾਗਤ 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 ਹੈ। ਕਿਸੇ ਤਰ੍ਹਾਂ ਦਾ ਡਰ ਜੀਵਨ 'ਚ ਨਹੀਂ ਰਵੇਗਾ ਜਦੋਂ ਰੰਗ ਰੱਬ ਦਾ, ਜਦੋਂ ਰੰਗ ਗੁਰੂ ਦਾ, ਜਦੋਂ ਪ੍ਰੇਮ ਗੁਰੂ ਨਾਲ, ਪ੍ਰੇਮ ਪਰਮੇਸ਼ਰ ਦੇ ਨਾਲ ਪਿਆ, ਕਿਸੇ ਤਰ੍ਹਾਂ ਦਾ ਭਉ ਜੀਵਨ 'ਚ ਨਹੀਂ ਰਵੇਗਾ। ਇਸ ਕਰਕੇ ਇਸ ਪਦੇ ਵਿੱਚ ਕਹਿ ਰਹੇ ਨੇ, ਉਸ ਰੱਬ ਨੂੰ ਸਦਾ ਚੇਤੇ ਰੱਖ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਜਿਹਨੇ ਤੈਨੂੰ ਜ਼ਿੰਦਗੀ ਦਾਨ ਵਿੱਚ ਦਿੱਤੀ ਆ। ਗੁਰੂ ਕਿਰਪਾ ਕਰੇ ਸਾਈਂ ਪਰਮੇਸ਼ਰ ਭੁੱਲੇ ਨਾ, ਸਦਾ ਚੇਤੇ ਰਹੇ ਤੇ ਸਾਹਿਬ ਦੀ ਸਦਾ ਉਸਤਤ ਵਡਿਆਈ ਨਾਲ ਜੁੜਦੇ ਰਹੀਏ, ਰੱਬ ਦੀ ਇਬਾਦਤ ਨਾਲ ਜੁੜਦੇ ਰਹੀਏ। ਐਸੀ ਸਾਹਿਬ ਅੱਗੇ ਅਰਦਾਸ ਹੈ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ, ਅਖੀਰ ਬਖਸ਼ੋ ਅਸੀਸ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾਰ ਸੇਵਿਆ, ਅੰਤ ਲੈ ਛਡਾਇਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੂ ਕਰੀ ਨ ਹੋਈ।